ਤਾਂ ਆਪਾਂ ਅੱਜ ਕਰਾਂਗੇ ਐਡਜਸਟਮੈਂਟ ਇਨ ਆਪਣਾ ਫਾਈਨਲ ਅਕਾਊਂਟਸ। ਠੀਕ ਹੈ ਨਾ। ਦੇਖੋ ਆਪਾਂ ਨੇ ਪਹਿਲਾਂ ਕੀਤਾ ਸੀ ਸਿੰਪਲ, ਆਪਾਂ ਨੂੰ ਟ੍ਰਾਇਲ ਬੈਲੈਂਸ ਦਿੱਤਾ ਹੁੰਦਾ ਸੀ, ਟ੍ਰਾਇਲ ਬੈਲੈਂਸ ਦੇ ਵਿੱਚੋਂ ਆਪਾਂ ਚੀਜ਼ ਚੱਕਦੇ ਸੀਗੇ, ਇਹ ਚ ਪਾਉਂਦੇ ਸੀ। ਤਾਂ ਜਦੋਂ ਆਪਾਂ ਨੇ ਟ੍ਰਾਇਲ ਬੈਲੈਂਸ ਤੋਂ, ਠੀਕ ਹੈ ਨਾ, ਇਹ ਫਾਈਨਲ ਅਕਾਊਂਟਸ ਬਣਾਉਣੇ ਆ ਤਾਂ ਅਸੀਂ ਨੇ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ। ਠੀਕ ਹੈ ਨਾ। ਜੇ ਐਡਜਸਟਮੈਂਟ ਹੈ ਤਾਂ ਦੋ ਚੀਜ਼ਾਂ ਵਿੱਚ ਧਿਆਨ ਰੱਖਣ ਯੋਗ ਹੁੰਦੀਆਂ ਨੇ। ਪਹਿਲੀ ਚੀਜ਼ ਇਹ ਕਿ ਜਿਹੜੀ ਚੀਜ਼ ਟ੍ਰਾਇਲ ਬੈਲੈਂਸ ਦੇ ਵਿੱਚ ਹੈ ਉਹ ਸਿਰਫ ਇੱਕ ਜਗ੍ਹਾ ਪਊਗੀ, ਤੇ ਜਿਹੜੀ ਚੀਜ਼ ਟ੍ਰਾਇਲ ਬੈਲੈਂਸ ਤੋਂ ਬਾਹਰ ਹੈ ਉਹਨੂੰ ਹੀ ਅਸੀਂ ਐਡਜਸਟਮੈਂਟ ਕਹਿੰਦੇ ਆ, ਤੇ ਉਹ ਘੱਟੋ ਘੱਟ ਦੋ ਜਗ੍ਹਾ ਪੈਣੀ ਹੈ। ਠੀਕ ਹੈ ਨਾ, ਘੱਟੋ ਘੱਟ ਦੋ ਜਗ੍ਹਾ ਪੈਣੀ ਹੈ। ਦੂਜੀ ਗੱਲ ਜਿਹੜੀ ਹੈਗੀ ਆ ਉਹਦੇ ਵਿੱਚ ਉਹ ਇਹ ਆ ਜਾਂਦੀ ਹੈ ਕਿ ਐਡਜਸਟਮੈਂਟ ਜਿਹੜੀ ਹੈਗੀ ਹੈ, ਮਤਲਬ ਜਿਹੜਾ ਆਪਾਂ ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਬੈਲੈਂਸ ਸ਼ੀਟ ਵਗੈਰਾ ਬਣਾਉਂਦੇ ਆ, ਜਿਹੜਾ ਟ੍ਰੇਡਿੰਗ ਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਹੈ ਇਹ ਸਿਰਫ ਕਰੰਟ ਈਅਰ ਦੀਆਂ ਆਈਟਮਾਂ ਸਾਂਭਦਾ ਹੈ। ਮਤਲਬ ਜੇ ਅਗਲੇ ਸਾਲ ਨਾਲ ਸੰਬੰਧਿਤ ਹੈ ਕੋਈ ਚੀਜ਼ ਜਾਂ ਪਿਛਲੇ ਸਾਲ ਨਾਲ ਸੰਬੰਧਿਤ ਹੈ, ਉਹਨੂੰ ਅਸੀਂ ਕੱਢ ਕੇ ਪਾਸੇ ਕਰ ਦਿੰਦੇ ਹਾਂ। ਠੀਕ ਹੈ ਨਾ, ਇਹ ਚੀਜ਼ ਧਿਆਨ ਦੇ ਨਾਲ ਰੱਖਣੀ ਹੈ ਗੱਲ, ਤੇ ਇਹਦੇ ਬੇਸ ਤੇ ਹੀ ਅਸੀਂ ਆਪਣਾ ਕੀ ਕਹਿੰਦੇ ਨੇ ਐਡਜਸਟਮੈਂਟਸ ਕਰਦੇ ਹਾਂ। ਬਾਕੀ ਸਿੰਪਲ ਤੁਹਾਨੂੰ ਕਰਾਇਆ ਹੋਇਆ। ਠੀਕ ਹੈ। ਕੁਝ ਚੀਜ਼ਾਂ ਇਹੋ ਜਿਹੀਆਂ ਆਣਗੀਆਂ ਵੀ ਜਿਹੜੀਆਂ ਤੁਸੀਂ ਟ੍ਰਾਇਲ ਬੈਲੈਂਸ ਦੇ ਵਿੱਚ ਸੀ ਤਾਂ ਆਪਣਾ ਕਿਵੇਂ ਪਾਉਂਦੇ ਸੀ, ਤੇ ਹੁਣ ਜੇ ਬਾਹਰ ਹੁੰਦੀਆਂ ਨੇ ਉਹ ਤਾਂ ਕਿਵੇਂ ਪਾਉਂਗੇ। ਠੀਕ ਹੈ। ਤਾਂ ਐਡਜਸਟਮੈਂਟ ਦੀ ਸਭ ਤੋਂ ਵੱਡੀ ਉਦਾਹਰਨ, ਤੁਸੀਂ ਐਡਜਸਟਮੈਂਟ ਪਾਉਂਦੇ ਆ ਰਹੇ ਹੋ, ਜਿਹੜਾ ਸਿੰਪਲ ਵੀ ਤੁਸੀਂ ਨੇ ਕੀਤਾ ਹੈ ਫਾਈਨਲ ਅਕਾਊਂਟ, ਉਹ ਚ ਐਡਜਸਟਮੈਂਟਸ ਤੁਸੀਂ ਪਾਈਆਂ ਨੇ। ਠੀਕ ਹੈ। ਉਹ ਐਡਜਸਟਮੈਂਟ ਕੀ ਸੀਗੀ? ਉਹ ਐਡਜਸਟਮੈਂਟ ਸੀ ਕਲੋਜ਼ਿੰਗ ਸਟਾਕ। ਦੇਖੋ ਕਲੋਜ਼ਿੰਗ ਸਟਾਕ ਨੂੰ ਤੁਸੀਂ ਦੋ ਜਗ੍ਹਾ ਪਾਉਂਦੇ ਸੀ। ਕਿੱਥੇ ਪਾਉਂਦੇ ਸੀ? ਇੱਕ ਤਾਂ ਉਰੇ ਪਾਉਂਦੇ ਸੀ ਬਾਈ ਕਲੋਜ਼ਿੰਗ ਸਟਾਕ, ਹਨਾ, ਟ੍ਰੇਡਿੰਗ ਅਕਾਊਂਟ 'ਚ। ਹੋਰ ਕਿੱਥੇ ਪਾਉਂਦੇ ਸੀ? ਇੱਕ ਉਰੇ ਪਾਉਂਦੇ ਸੀਗੇ ਕਲੋਜ਼ਿੰਗ ਸਟਾਕ, ਉਰੇ ਲਿਖ ਦਿੰਦੇ ਸੀ। ਠੀਕ ਹੈ ਨਾ। ਇਹ ਦੋ ਜਗ੍ਹਾ ਤੇ ਨੇ ਕਿਉਂਕਿ ਐਡਜਸਟਮੈਂਟ ਸੀ ਇਹ, ਤਾਂ ਦੋ ਜਗ੍ਹਾ। ਹੁਣ ਜੇ ਇਹੀ ਕਲੋਜ਼ਿੰਗ ਸਟਾਕ ਵਿੱਚ ਹੁੰਦਾ ਫਿਰ ਸਿਰਫ ਬੈਲੈਂਸ ਸ਼ੀਟ 'ਚ ਪੈਣਾ ਸੀਗਾ। ਜੇ ਇਹੀ ਕਲੋਜ਼ਿੰਗ ਸਟਾਕ ਟ੍ਰਾਇਲ ਬੈਲੈਂਸ ਦੇ ਵਿੱਚ ਹੋਵੇ ਤਾਂ ਕੱਲਾ ਬੈਲੈਂਸ ਸ਼ੀਟ 'ਚ ਪਊਗਾ। ਠੀਕ ਹੈ। ਹੁਣ ਦੂਜੀ ਗੱਲ, ਉਸ ਤੋਂ ਬਾਅਦ ਦੇ ਵਿੱਚ ਐਡਜਸਟਮੈਂਟਾਂ ਹੋਰ ਕਿਹੜੀਆਂ ਨੇ ਜਿਹੜੀਆਂ ਕਾਮਨ ਨੇ। ਠੀਕ ਹੈ। ਤਾਂ ਦੂਜੇ ਨੰਬਰ ਤੇ ਆਉਂਦੀ ਹੈ ਆਊਟਸਟੈਂਡਿੰਗ ਐਕਸਪੈਂਸ। ਐਕਸਪੈਂਸ ਮਤਲਬ ਖਰਚਾ। ਠੀਕ ਹੈ। ਕੋਈ ਵੀ ਖਰਚਾ ਆਊਟਸਟੈਂਡਿੰਗ ਹੋ ਸਕਦਾ, ਚਾਹੇ ਉਹ ਵੇਜਸ ਹੈ, ਚਾਹੇ ਉਹ ਸੈਲਰੀਜ਼ ਹੈ, ਚਾਹੇ ਉਹ ਆਪਣਾ ਕੀ ਕਹਿੰਦੇ ਨੇ ਕੈਰੀਏਜ ਹੈ, ਫਰੇਟ ਹੈ, ਕੋਈ ਵੀ ਖਰਚਾ ਆਊਟਸਟੈਂਡਿੰਗ ਹੋ ਸਕਦਾ ਹੈ। ਠੀਕ ਹੈ ਨਾ। ਤਾਂ ਆਊਟਸਟੈਂਡਿੰਗ ਖਰਚੇ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਹ ਦੋ ਜਗ੍ਹਾ ਪੈਂਦਾ ਹੈ। ਵੈਸੇ ਜੇ ਟ੍ਰਾਇਲ ਬੈਲੈਂਸ ਦੇ ਵਿੱਚ ਹੋਵੇ ਤਾਂ ਇੱਕ ਜਗ੍ਹਾ ਪੈਂਦਾ, ਉਹ ਮੈਂ ਤੁਹਾਨੂੰ ਸਿਖਾਇਆ ਵੀ ਸੀ ਕਿ ਉਹ ਲਾਇਬਿਲਿਟੀ ਸਾਈਡ ਪਊਗਾ। ਠੀਕ ਹੈ ਨਾ। ਹੁਣ ਕਿਉਂਕਿ ਇੱਕ ਤਾਂ ਸਾਡੀ ਲਾਇਬਿਲਿਟੀ ਹੈ ਤਾਂ ਕਰਕੇ ਬੈਲੈਂਸ ਸ਼ੀਟ 'ਚ ਲਾਇਬਿਲਿਟੀ ਸਾਈਡ ਪੈਂਦੀ ਆ ਆਊਟਸਟੈਂਡਿੰਗ ਐਕਸਪੈਂਸ। ਠੀਕ ਹੈ ਨਾ। ਇੱਕ ਤਾਂ ਉਰੇ ਪੈਂਦੀ ਹੈ, ਦੂਸਰਾ ਇਹ ਸੰਬੰਧਿਤ ਖਰਚੇ 'ਚ ਜੁੜਦਾ। ਹੁਣ ਮੰਨ ਲਓ ਵੇਜਸ ਸੀਗੀਆਂ, ਉਰੇ 2 ਵੇਜਸ ਅਸੀਂ ਨੇ ਪਾਈਆਂ ਹੋਈਆਂ ਨੇ, ਕੱਚੇ 'ਚ ਪਾ ਲਈਆਂ ਅਸੀਂ ਨੇ ਵੀ 5000। ਠੀਕ ਹੈ ਨਾ। ਤੇ 5000 ਤੋਂ ਬਾਅਦ ਫਿਰ ਸਾਨੂੰ ਐਡੀਸ਼ਨਲ ਇਨਫੋਰਮੇਸ਼ਨ 'ਚ ਦਿੱਤਾ ਹੋਇਆ ਵੀ 500 ਦੀਆਂ ਵੇਜਸ ਜਿਹੜੀਆਂ ਨੇ ਉਹ ਆਊਟਸਟੈਂਡਿੰਗ ਨੇ। ਮਤਲਬ ਇਸ ਆਊਟਸਟੈਂਡਿੰਗ ਹੁੰਦਾ ਕੀ ਹੈ, ਇਸ ਸਾਲ ਦੇ ਬਣਦੇ ਆ ਪਰ ਹਲੇ ਤੱਕ ਅਸੀਂ ਪੇ ਨਹੀਂ ਕੀਤੇ। ਠੀਕ ਹੈ। ਵੇਜਸ ਵਗੈਰਾ ਬਣਦੀ ਸੀ ਮਜ਼ਦੂਰੀ ਕਿਸੇ ਮਜ਼ਦੂਰ ਦੀ, ਅਸੀਂ ਹਲੇ ਤੱਕ ਉਹਨੂੰ ਦਿੱਤੀ ਨਹੀਂ। ਤਾਂ ਅਸੀਂ ਕੀ ਕਰਾਂਗੇ, ਇਹਦੇ ਵਿੱਚ ਐਡ ਕਰਾਂਗੇ ਕਿਉਂਕਿ ਇਸ ਸਾਲ ਨਾਲ ਸੰਬੰਧਿਤ ਹੈ, ਚਾਹੇ ਦਿੱਤੇ ਚਾਹੇ ਨਹੀਂ। ਅਸੀਂ ਅਪਰੂਵਲ ਬੇਸ ਲੈ ਕੇ ਚੱਲਦੇ ਹਾਂ। ਐਡ ਆਊਟਸਟੈਂਡਿੰਗ ਕਿੰਨਾ? 500। ਇਹ 500 ਇਹਦੇ ਵਿੱਚ ਜੋੜ ਕੇ ਤੁਸੀਂ ਪੂਰੇ ਲਿਖੋਗੇ ਫਿਰ ਪੱਕੇ 'ਚ। ਠੀਕ ਹੈ। ਹੁਣ ਇਹੀ ਜੇ ਸੈਲਰੀ ਆਊਟਸਟੈਂਡਿੰਗ ਹੁੰਦੀਆਂ ਤਾਂ ਸੈਲਰੀ ਵਿੱਚ ਜਿਹੜੀਆਂ ਦਿੱਤੀਆਂ ਹੋਈਆਂ ਨੇ ਟ੍ਰਾਇਲ ਬੈਲੈਂਸ ਦੇ, ਉਹ ਤਾਂ ਤੁਸੀਂ 2 ਸੈਲਰੀਜ਼ ਪਾਈ ਹੀ ਹੋਣੀਆਂ ਨੇ, ਪਰ ਉਹ ਉਰੇ ਕੱਚੇ 'ਚ ਲਿਖਣੀਆਂ ਨੇ। ਫਿਰ ਜੇ ਕਿਸੇ ਵੀ ਚੀਜ਼ ਦੀ ਐਡਜਸਟਮੈਂਟ ਹੈ, ਉਹ ਚੀਜ਼ ਪਹਿਲਾਂ ਕੱਚੇ 'ਚ ਹੋਊਗੀ, ਉਹ 'ਚ ਐਡਜਸਟਮੈਂਟ ਹੋਊਗੀ, ਫਿਰ ਉਹਨੂੰ ਆਪਣਾ ਅਫੇਅਰ ਕਾਲਮ ਦੇ ਵਿੱਚ ਲਿਖਣਾ। ਸਮਝਦੇ ਮੇਰੀ ਗੱਲ? ਠੀਕ ਹੈ। ਤਾਂ ਇਹ ਤਾਂ ਹੋ ਗਿਆ ਆਊਟਸਟੈਂਡਿੰਗ ਐਕਸਪੈਂਸ। ਦੂਜੇ ਨੰਬਰ ਤੇ ਐਡਜਸਟਮੈਂਟ ਜਿਹੜੀ ਤੁਹਾਡੀ ਆਂਦੀ ਹੈ, ਐਡਜਸਟਮੈਂਟ ਨੰਬਰ 3, ਉਹ ਹੈ ਪ੍ਰੀਪੇਡ ਐਕਸਪੈਂਸ। ਹੁਣ ਇਹ ਤਾਂ ਆਊਟਸਟੈਂਡਿੰਗ ਹੈ ਵੀ ਬਣਦੇ ਆ, ਹਲੇ ਤੱਕ ਦਿੱਤੇ ਨਹੀਂ। ਪ੍ਰੀਪੇਡ ਕੀ ਹੈ? ਪ੍ਰੀਪੇਡ ਐਕਸਪੈਂਸ ਦਾ ਮਤਲਬ ਹੈ ਕਿ ਆਪਾਂ ਨੇ ਅਗਲੇ ਸਾਲ ਦਾ ਐਕਸਪੈਂਸ ਪਹਿਲਾਂ ਹੀ ਦਿੱਤਾ। ਠੀਕ ਹੈ ਨਾ। ਤਾਂ ਉਹ ਸਾਡੇ ਦੋ ਚੀਜ਼ਾਂ ਨੇ, ਇੱਕ ਤਾਂ ਸਾਡਾ ਕੀ ਕਹਿੰਦੇ ਨੇ ਅਗਲੇ ਸਾਲ ਦਾ, ਇਹਦਾ ਮਤਲਬ ਜੇ ਮੈਂ ਸੈਲਰੀ ਆ, ਮੰਨ ਲਓ 2 ਸੈਲਰੀ ਹੈ, ਸੈਲਰੀ ਮੇਰੀ 6500 ਹੈ। ਠੀਕ ਹੈ। ਥੱਲੇ ਲਿਖਤਾ ਵੀ 500 ਹੈ ਜਿਹੜੀ ਉਹ ਨੈਕਸਟ ਈਅਰ ਦੀ ਹੈ, ਜਾਂ 1500 ਨੈਕਸਟ ਈਅਰ ਦੀ ਹੈ। ਠੀਕ ਹੈ ਨਾ। ਇਹਦਾ ਮਤਲਬ ਇਸ ਸਾਲ ਨਾਲ ਸੰਬੰਧਿਤ ਨਹੀਂ, ਇਸ ਸਾਲ, ਇਸ ਲਈ ਮੈਂ ਸੰਬੰਧਿਤ ਖਰਚੇ ਦੇ ਵਿੱਚੋਂ ਲੈਸ ਕਰੂੰਗਾ, ਲੈਸ ਪ੍ਰੀਪੇਡ। ਠੀਕ ਹੈ ਨਾ। ਆ ਮੰਨ ਲਓ 1500 ਸੀ, 1500 ਮੈਂ ਉਹ ਕਰਤੀ ਡਿਡਕਟ। ਠੀਕ ਹੈ ਜੀ। ਇਹ ਰਹਿ ਗਏ 5000। ਦੂਜੇ ਨੰਬਰ ਤੇ ਉਹ ਮੇਰੀ ਐਸੈਟ ਹੈ, ਕਿਉਂ? ਮੈਨੂੰ ਭਵਿੱਖ 'ਚ ਫਾਇਦਾ ਦਊਗੀ, ਮੈਨੂੰ ਹੁਣ ਨੈਕਸਟ ਈਅਰ 'ਚ ਸੈਲਰੀ ਦੇਣ ਦੀ ਲੋੜ ਨਹੀਂ, ਮੈਂ ਆਲਰੇਡੀ ਦੇ ਚੁੱਕਿਆ, ਤਾਂ ਮੇਰੀ ਐਸੈਟ ਵੀ ਆ ਉਹ, ਤਾਂ ਮੈਂ ਪ੍ਰੀਪੇਡ ਐਕਸਪੈਂਸ ਉਰੇ ਆਊਗਾ। ਠੀਕ ਹੈ। ਪ੍ਰੀਪੇਡ ਸੈਲਰੀ ਲਾ ਲਓ ਉਰੇ, ਜੋ 1500 ਉੱਤੇ ਲਿਖੀ 1500 ਹੀ ਉਰੇ ਲਿਖੀ। ਲਓ ਜੀ।
ਇਹ ਸਮਝ ਆ ਗਈ। ਇਹ ਸੀਗੀ ਆਪਣੀ 3 ਨੰਬਰ। 4 ਨੰਬਰ ਦੇ ਉੱਤੇ ਹੈਗੀ ਹੈ ਜਿਹੜੀ, ਉਹ ਹੈਗਾ ਪੁੱਤ ਆਪਣਾ ਤੁਹਾਡਾ ਇਨਕਮ। ਹੁਣ ਦੇਖੋ ਇਹ ਖਰਚੇ ਮੁੱਕ ਗਏ। ਖਰਚਾ ਕੀ ਹੈ? ਆਊਟਸਟੈਂਡਿੰਗ, ਬਣਦਾ ਦਿੱਤਾ ਨਹੀਂ, ਠੀਕ ਹੈ। ਤੇ ਆਪਣਾ ਆ ਕੀ ਹੈ? ਇਹ ਪ੍ਰੀਪੇਡ ਖਰਚਾ, ਜਾਂ ਪ੍ਰੀਪੇਡ ਹੋ ਸਕਦਾ ਜਾਂ ਆਊਟਸਟੈਂਡਿੰਗ। ਪ੍ਰੀਪੇਡ ਦਾ ਮਤਲਬ ਵੀ ਅਗਲੇ ਸਾਲ ਦਾ ਵੀ ਪਹਿਲਾਂ ਹੀ ਦੇਤਾ। ਇਸੇ ਤਰ੍ਹਾਂ ਇਨਕਮ ਨਾਲ ਵੀ ਹੁੰਦਾ, ਪਰ ਉਹਦਾ ਨਾਮ ਡਿਫਰੈਂਟ ਹੈ। ਹੁਣ ਜੇ ਇਨਕਮ ਕੋਈ ਆਊਟਸਟੈਂਡਿੰਗ ਹੋਊਗੀ ਤਾਂ ਉਹਨੂੰ ਅਸੀਂ ਬੋਲਦੇ ਆ ਅਕਰੂਡ ਇਨਕਮ। ਮੰਨ ਲਓ ਕਮਿਸ਼ਨ ਹੈ, ਇੰਟਰਸਟ ਹੈ, ਰੈਂਟ ਹੈ, ਅਸੀਂ ਨੇ ਲੈਣਾ ਸੀ, ਬਣਦਾ ਪਰ ਸਾਨੂੰ ਹਲੇ ਤੱਕ ਨਹੀਂ ਮਿਲਿਆ, ਤਾਂ ਉਹਨੂੰ ਬੋਲਦੇ ਆਪਾਂ ਅਕਰੂਡ, ਠੀਕ ਹੈ ਨਾ। ਹੁਣ ਮੰਨ ਲਓ ਕਮਿਸ਼ਨ ਮੰਨ ਲਓ ਤੁਸੀਂ, ਤਾਂ ਉਰੇ ਮੰਨ ਲਓ ਤੁਸੀਂ ਲਿਖਿਆ ਹੋਇਆ ਬਾਏ ਕਮਿਸ਼ਨ, ਠੀਕ ਹੈ ਜੀ। ਬਾਏ ਕਮਿਸ਼ਨ ਤੁਸੀਂ ਉਰੇ ਕੱਚੇ 'ਚ ਲਿਖਤਾ ਵੀ 7000 ਰੁਪਿਆ ਸੀਗਾ ਕਮਿਸ਼ਨ ਦਾ। ਤੁਹਾਨੂੰ ਬਾਅਦ 'ਚ ਪਤਾ ਲੱਗਿਆ ਵੀ 700 ਰੁਪਿਆ ਕਮਿਸ਼ਨ ਦਾ ਅਕਰੂਡ ਹੈ। 700 ਰੁਪਿਆ ਕਮਿਸ਼ਨ ਅਕਰੂਡ ਹੈ, ਇਸ ਲਈ ਅਸੀਂ ਨੇ ਕੀ ਕਰਤਾ? ਐਡ ਅਕਰੂਡ ਕਮਿਸ਼ਨ। ਅਕਰੂਡ ਕਮਿਸ਼ਨ ਜਿਹੜਾ ਇਹਦੇ 'ਚ ਐਡ ਕਰਤਾ 700 ਐਡ ਕਰਕੇ ਉਰੇ ਮੈਂ 7700 ਲਿਖੂੰਗਾ, ਠੀਕ ਹੈ। ਇਹ 7700 ਲਿਖਿਆ ਉਰੇ, ਤੇ ਇਹ 700 ਰੁਪਿਆ ਮੇਰੀ ਐਸਟ ਵੀ ਹੈ, ਕਿਉਂ? ਮੇਰਾ ਬਣਦਾ, ਮੈਨੂੰ ਮਿਲਿਆ ਨਹੀਂ, ਮੈਨੂੰ ਮਿਲੂਗਾ ਭਵਿੱਖ 'ਚ, ਠੀਕ ਹੈ। ਤਾਂ ਇਹ ਮੇਰੀ ਐਸਟ ਵੀ ਹੈ, ਤੇ ਐਸਟ ਦੇ ਤੌਰ ਤੇ ਮੈਂ ਅਕਰੂਡ ਉਰੇ ਵੀ ਲਿਖੂੰਗਾ, ਅਕਰੂਡ ਇਨਕਮ, ਠੀਕ ਹੈ। ਜਾਂ ਇਹਨੂੰ ਮੈਂ ਕਮਿਸ਼ਨ ਲਿਖ ਦਿੰਦਾ, ਚਲੋ ਤੁਹਾਨੂੰ ਕਮਿਸ਼ਨ ਕਿਹਾ। ਕਮਿਸ਼ਨ ਕਿੰਨਾ ਸੀਗਾ ਇਹ? 700, ਬੋਲੋ, ਠੀਕ ਹੈ। ਇਹ ਹੋ ਗਿਆ। ਉਸ ਤੋਂ ਬਾਅਦ ਦੇ ਵਿੱਚ ਪੁੱਤ ਅਗਲੀ ਜਿਹੜੀ ਤੁਹਾਡੀ ਐਡਜਸਟਮੈਂਟ ਆ ਉਹ ਆਉਂਦੀ ਆ। ਹੁਣ ਜਿਵੇਂ ਪ੍ਰੀਪੇਡ ਖਰਚਾ ਸੀ, ਉਵੇਂ ਇਨਕਮ ਜਿਹੜੀ ਆ ਉਹ ਐਡਵਾਂਸ 'ਚ ਲੈ ਲੈਣੇ ਆ, ਮਤਲਬ ਅਗਲੇ ਸਾਲ ਦੇ ਆਪਾਂ ਪੈਸੇ ਹੁਣੇ ਹੀ ਲੈ ਲਏ, ਠੀਕ ਹੈ। ਮੰਨ ਲਓ ਰੈਂਟ ਸੀਗਾ ਸਾਡੇ, ਕੋਈ ਜਗ੍ਹਾ ਕਿਰਾਏ ਤੇ ਚੜਾਈ ਹੋਈ ਸੀ, ਅਗਲੇ ਸਾਲ ਦਾ ਰੈਂਟ ਅਸੀਂ ਨੇ ਉਹਨੂੰ ਕਹਤਾ ਅਗਲੀ ਨੂੰ ਵੀ ਹੁਣੇ ਹੀ ਦੇ ਦੇ, ਤਾਂ ਅਸੀਂ ਨੇ ਹੁਣੇ ਹੀ ਲੈ ਲਿਆ ਰੈਂਟ। ਤਾਂ ਪਹਿਲੇ ਨੰਬਰ ਤੇ ਤਾਂ ਇਹ ਹੈ ਵੀ ਬਾਏ ਰੈਂਟ ਮੈਂ ਉਰੇ ਪਾਇਆ ਹੁਣ, ਮੰਨ ਲਓ 9000 ਰੈਂਟ ਪਾਇਆ ਹੋਇਆ ਸੀ, 300 ਰੈਂਟ ਮੇਰਾ ਹੈਗਾ ਜਿਹੜਾ, ਉਹ ਮੈਂ ਅਗਲੇ ਸਾਲ ਦਾ ਰੈਂਟ ਪਹਿਲਾਂ ਹੀ ਲੈ ਲਿਆ, ਮੇਰਾ ਐਡਵਾਂਸ 'ਚ ਲਿਆ ਹੋਇਆ, ਤਾਂ ਮੈਂ ਉਹ 300 ਰੁਪਿਆ ਲੈਸ ਐਡਵਾਂਸ ਜਿਹੜਾ ਹੈਗਾ ਉਹਨੂੰ ਘਟਾਉਂਗਾ, ਕਿਉਂਕਿ ਉਹ ਇਸ ਸਾਲ ਨਾਲ ਸੰਬੰਧਿਤ ਹੀ, ਉਹ ਅਗਲੇ ਸਾਲ ਨਾਲ ਸੰਬੰਧਿਤ ਹੈ, ਮੈਂ ਉਹਦੇ 8700 ਹੀ ਲਿਖੂੰਗਾ। ਤੇ ਇਹ 300 ਰੁਪਿਆ ਮੇਰੀ ਲਾਇਬਿਲਿਟੀ ਵੀ ਹੈ, ਮੈਂ ਲੈ ਲਏ ਪੈਸੇ, ਇਹਦੇ ਬਦਲੇ ਮੈਂ ਹਲੇ ਰੈਂਟ ਤੇ ਮੇਰੀ ਜਗ੍ਹਾ ਦੇਣੀ ਆ ਉਹਨੂੰ ਅਗਲੇ ਨੂੰ, ਠੀਕ ਹੈ ਨਾ। ਇਹਦੇ ਬਦਲੇ ਹਲੇ ਕੰਮ ਹੋਣਾ ਹੈ, ਪਾਤੋ ਫੀਸ ਜਿਵੇਂ ਮੈਂ ਐਡਵਾਂਸ 'ਚ ਲੈਣਾ, ਮੈਂ ਉਹਦੇ ਬਦਲੇ ਹਲੇ ਕੰਮ ਕਰਨਾ, ਮੇਰੀ ਲਾਇਬਿਲਿਟੀ ਆ ਉਦੋਂ ਤੱਕ ਜਦੋਂ ਤੱਕ ਮਹੀਨਾ ਪੂਰਾ ਨਹੀਂ ਹੁੰਦਾ, ਠੀਕ ਹੈ ਨਾ। ਤਾਂ ਉਰੇ ਕੀ ਆ ਜਾਣਾ ਆਪਣਾ ਐਡਵਾਂਸ ਰੈਂਟ, ਇਹ ਸਾਡੀ ਲਾਇਬਿਲਿਟੀ ਵੀ ਹੈ, ਠੀਕ ਹੈ ਨਾ। ਐਡਵਾਂਸ ਇਨਕਮ ਲਿਖ ਦਿੰਦੇ ਆਪਾਂ ਉਰੇ, ਐਡਵਾਂਸ ਚਲੋ ਰੈਂਟ ਹੀ ਲਿਖ ਦਿੰਦੇ 700, ਠੀਕ ਹੈ, 300 ਸੌਰੀ, ਠੀਕ ਹੈ ਜੀ। ਇਹ ਸੀਗੀ ਜੀ ਤੁਹਾਡੀ ਆਪਣਾ 5ਵੇਂ ਨੰਬਰ ਵਾਲੀ। ਹੁਣ ਉਸ ਤੋਂ ਬਾਅਦ, ਉਹ ਤੋਂ ਬਾਅਦ ਦੇ ਵਿੱਚ ਤੁਹਾਡੀ ਜਿਹੜੀ ਅਗਲੀ ਐਡਜਸਟਮੈਂਟ ਹੈ, ਅਗਲੀ ਐਡਜਸਟਮੈਂਟ ਆਉਂਦੀ ਹੈ ਜਿਹੜੀ, ਉਹ ਹੈ ਡੈਪਰੀਸੀਏਸ਼ਨ ਦੀ, ਠੀਕ ਹੈ ਨਾ। 6 ਨੰਬਰ ਤੇ ਆਉਂਦੀ ਹੈ ਡੈਪਰੀਸੀਏਸ਼ਨ। ਹੁਣ ਡੈਪਰੀਸੀਏਸ਼ਨ ਕੀ ਹੈ? ਡੈਪਰੀਸੀਏਸ਼ਨ ਦਾ ਮਤਲਬ ਹੈ ਅਸੀਂ ਨੇ ਆਪਣਾ ਕੋਈ ਖਰਚਾ ਜਿਹੜਾ ਹੈਗਾ, ਠੀਕ ਹੈ ਨਾ, ਜਿਹੜਾ ਸਾਡਾ, ਇਹਨੂੰ ਅਸੀਂ ਨਾਨ ਕੈਸ਼ ਐਕਸਪੈਂਸ ਵੀ ਕਹਿੰਦੇ ਆ, ਵੀ ਸਾਡੀ ਕੋਈ ਮਸ਼ੀਨ ਆ ਉਹਦਾ ਮੁੱਲ ਘਟ ਗਿਆ, ਅਸੀਂ ਘਸਾਈ ਗਏ, ਉਹਨੂੰ ਚਲਾਈ ਗਏ, ਉਹ ਮੁੱਲ ਘਟ ਗਿਆ। ਤਾਂ ਹੁਣ ਡੈਪਰੀਸੀਏਸ਼ਨ ਜੇ ਤਾਂ ਵਿੱਚ ਦਿੱਤੀ ਜਾਂਦੀ ਹੈ, ਜੇ ਤਾਂ ਡੈਪਰੀਸੀਏਸ਼ਨ ਵਿੱਚ ਹੈ ਟ੍ਰਾਇਲ ਬੈਲੈਂਸ ਦੇ, ਤਾਂ ਖਰਚੇ ਦੇ ਤੌਰ ਤੇ ਪੈਂਦੀ ਆ ਉਰੇ, ਹਨਾ। ਟੂ ਡੈਪਰੀਸੀਏਸ਼ਨ ਹੀ ਲਿਖਦੇ ਆ ਆਪਾਂ ਨਾ, ਜਦੋਂ ਵਿੱਚ ਦਿੱਤੀ ਹੁੰਦੀ ਸੀ। ਹੁਣ ਜੇ ਬਾਹਰ ਹੈ ਉਹ ਐਡਜਸਟਮੈਂਟ, ਤਾਂ ਉਰੇ ਤਾਂ ਪੈਣੀ ਹੈ ਟੂ ਡੈਪਰੀਸੀਏਸ਼ਨ, ਉਰੇ ਤਾਂ ਮੈਂ ਲਿਖਣੀ ਹੈ ਟੂ ਡੈਪਰੀਸੀਏਸ਼ਨ, ਠੀਕ ਹੈ ਨਾ। ਮੰਨ ਲਓ ਉਰੇ ਤਾਂ ਮੈਂ ਲਿਖਣੀ ਹੈ, ਮੰਨ ਲਓ 6000 ਹੈ, ਠੀਕ ਹੈ। ਪਰ ਸੰਬੰਧਿਤ ਐਸੈਟ ਚੋਂ ਘਟਾਈ ਜਾਊ। ਮੰਨ ਲਓ ਇਹ ਡੈਪਰੀਸੀਏਸ਼ਨ ਕਾਦੇ ਤੇ ਸੀਗੀ? ਇਹ ਡੈਪਰੀਸੀਏਸ਼ਨ ਸੀਗੀ ਮਸ਼ੀਨ ਤੇ, ਠੀਕ ਹੈ ਨਾ। 60000 ਦੀ ਮਸ਼ੀਨ ਸੀ ਮੇਰੀ, ਉਹਨੇ ਕਹਿੰਦਾ 10% ਡੈਪਰੀਸੀਏਸ਼ਨ ਲਗਾਉਣੀ ਹੈ ਤੇ ਵੀ ਉਹ ਰਹਿ ਗਈ, ਤਾਂ ਮੈਂ 10% ਕੀਤਾ 60000 ਦਾ, ਕਿੰਨਾ ਰਹਿ ਗਿਆ? 6000। ਹੁਣ 6000 ਰੁਪਿਆ ਆਪਣਾ ਮੈਂ ਉਰੇ ਵੀ ਲਿਖਤਾ, ਉਰੇ ਮੈਂ ਮਸ਼ੀਨਰੀ ਲਿਖੀ, ਠੀਕ ਹੈ, ਉਰੇ ਮਸ਼ੀਨਰੀ ਲਿਖੀ 60000, ਠੀਕ ਹੈ ਜੀ। ਮੈਂ ਇਹਦੇ ਚੋਂ ਲੈਸ ਕੀ ਕਰ ਦੂੰਗਾ? ਲੈਸ ਕਰ ਦੂੰਗਾ ਮੈਂ ਡੈਪਰੀਸੀਏਸ਼ਨ। ਉਰੇ ਡੈਪਰੀਸੀਏਸ਼ਨ 6000 ਮੈਂ ਲੈਸ ਕਰਕੇ ਮੈਂ ਉਰੇ 54000 ਲਿਖੂੰਗਾ, ਠੀਕ ਹੈ ਨਾ। ਮੈਂ ਉਰੇ 54000 ਲਿਖੂੰਗਾ, ਸਮਝ ਗਏ। ਤਾਂ ਇਹ ਆਪਣਾ ਮੇਰੀ ਹੋ ਗਈ ਡੈਪਰੀਸੀਏਸ਼ਨ। ਡੈਪਰੀਸੀਏਸ਼ਨ ਸਮਝ ਆ ਗਈ, ਸਿੰਪਲ ਗੱਲ ਹੈ, ਠੀਕ ਹੈ। ਉਹ ਤੋਂ ਬਾਅਦ ਦੇ ਵਿੱਚ ਹੁਣ 3 ਚੀਜ਼ਾਂ ਆਉਂਦੀਆਂ ਨੇ। ਇੱਕ ਤਾਂ ਫਰਦਰ ਬੈਡ ਡੈਟ, ਬੈਡ ਡੈਟ ਸਮਝਦੇ ਹੋ ਤੁਸੀਂ ਕੀ ਨੇ, ਠੀਕ ਹੈ। ਇੱਕ ਪ੍ਰੋਵੀਜ਼ਨ ਫॉर ਡਾਊਟਫੁਲ ਡੈਟ, ਤੇ ਇੱਕ ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਰ। ਦੇਖੋ ਡੈਟਰ ਨੂੰ ਆਪਾਂ 3 ਕੈਟਾਗਰੀਆਂ 'ਚ ਵੰਡਦੇ ਆ। ਪਹਿਲੇ ਉਹ ਬੰਦੇ, ਠੀਕ ਹੈ ਨਾ, ਜਿਹੜੇ ਆਪਣਾ ਪੈਸੇ ਦਿਓ ਦੇਣਗੇ ਉਹ ਤਾਂ ਡੈਟਰ ਹੀ ਨੇ। ਪਹਿਲੇ ਉਹ ਬੰਦੇ ਜਿਹੜੇ ਮੁੱਕਰ ਜਾਣਗੇ, ਸਾਨੂੰ ਪਤਾ ਵੀ ਆਪਣਾ ਮੁੱਕਰ ਗਿਆ, ਅਗਲਾ ਹੱਥ ਖੜੇ ਕਰ ਗਿਆ ਵੀ ਮੈਂ ਪੈਸੇ ਨਹੀਂ ਦੇ ਸਕਦਾ, ਤਾਂ ਉਹ ਬੈਡ ਡੈਟ ਨੇ।
ਡਾਊਟਫੁਲ ਡੈਟ ਕੌਣ ਹੁੰਦੇ ਨੇ? ਜਿਹੜਿਆਂ ਤੇ ਸਾਨੂੰ ਸ਼ੱਕ ਹੈ ਵੀ ਇਹ ਮੁੱਕਰ ਜਾਣਗੇ, ਦੇ ਵੀ ਸਕਦੇ ਆ, ਨਹੀਂ ਵੀ ਦੇ ਸਕਦੇ, ਠੀਕ ਹੈ ਨਾ। ਤੀਸਰੇ ਨੰਬਰ ਤੇ ਆਉਂਦਾ ਡਿਸਕਾਊਂਟ ਔਨ ਡੈਟ। ਕੁਝ ਇਹੋ ਜਿਹੇ ਬੰਦੇ ਵੀ ਹੁੰਦੇ ਆ ਵੀ ਜੇ ਇਹਨਾਂ ਨੂੰ ਆਪਾਂ ਡਿਸਕਾਊਂਟ ਦੇ ਦੀ, ਆਪਾਂ ਕਹਿ ਦਈਏ ਵੀ 10000 ਹੈ ਤੇਰਾ, ਚੱਲ ਤੂੰ ਐਂ ਕਰ 9000 ਰੁਪਏ ਹੀ ਦੇ ਦੇ, ਤੇਰਾ ਅੱਜ ਹੀ ਖਾਤਾ ਕਲੋਜ਼ ਕਰ ਦਿੰਦੇ ਆ, ਵੀ ਫਿਰ ਇਹ ਸੈਟਲਮੈਂਟ ਕਰ ਲੈਣਗੇ, ਦੇ ਦੇਣਗੇ, ਠੀਕ ਹੈ ਨਾ। ਤਾਂ ਇਹਨਾਂ ਦੇ ਲਈ ਪ੍ਰੋਵੀਜ਼ਨ ਰੱਖੀ ਜਾਂਦੀ ਹੈ ਡਾਊਟਫੁਲ ਡੈਟ ਦੇ ਉਹਦੇ ਲਈ, ਠੀਕ ਹੈ, ਡਿਸਕਾਊਂਟ ਔਨ ਡੈਟ ਲਈ। ਤਾਂ ਹੁਣ ਇਹਨਾਂ ਦਾ ਟ੍ਰੀਟਮੈਂਟ ਤਿੰਨਾਂ ਦਾ ਸੇਮ ਹੈ। ਜਦੋਂ ਮੰਨ ਲਓ ਤੁਹਾਨੂੰ ਥੱਲੇ ਫਰਦਰ ਬੈਡ ਡੈਟ ਦਿੱਤੇ ਆ, ਤੁਸੀਂ ਕਿਵੇਂ ਕਰਨਾ ਹੈ? ਪਹਿਲਾਂ ਤਾਂ ਤੁਸੀਂ ਨੇ ਲਿਖਣਾ ਹੋਵੇ ਟੂ ਬੈਡ ਡੈਟ, ਕੱਚੇ 'ਚ ਲਿਖ ਲਿਓ, ਠੀਕ ਹੈ ਨਾ। ਸਭ ਤੋਂ ਪਹਿਲਾਂ ਬੈਡ ਡੈਟ ਲਿਖੇ ਜਾਣਗੇ। ਮੰਨ ਲਓ ਬੈਡ ਡੈਟ ਆ ਗਏ ਤੁਹਾਡੇ 5000, ਠੀਕ ਹੈ ਜੀ, ਪਹਿਲੇ ਨੰਬਰ ਤੇ ਬੈਡ ਡੈਟ ਲਿਖੇ ਜਾਣਗੇ। ਦੂਜੇ ਨੰਬਰ ਤੇ ਫਿਰ ਤੁਸੀਂ ਨੇ ਕੀ ਕਰਨਾ, ਬੈਡ ਡੈਟ ਤੋਂ ਬਾਅਦ ਇੱਕ ਤਾਂ ਉਰੋਂ ਲਿਖੇਗੇ, ਉਰੇ ਡੈਟਰ ਤੁਸੀਂ ਲਿਖ ਲੈਣੇ ਆ। ਮੰਨ ਲਓ ਤੁਹਾਡੇ ਡੈਟਰ ਕਿੰਨੇ ਸੀ? ਤੁਹਾਡੇ ਡੈਟਰ ਸੀਗੇ ਜੀ 50000 ਦੇ, ਤਾਂ ਉਹਦੇ ਚੋਂ ਤੁਸੀਂ ਲੈਸ ਫਰਦਰ ਬੈਡ ਡੈਟ ਕਰ ਦੋ ਤੁਸੀਂ। ਆ 5000 ਜਿਹੜੇ ਉਰੇ, ਇਹ ਆ ਗਿਆ 45000, ਠੀਕ ਹੈ ਜੀ, ਇਹ ਆ ਗਿਆ 45000। ਹੁਣ ਉਸ ਤੋਂ ਬਾਅਦ ਦੇ ਵਿੱਚ 45000 ਰੁਪਇਆ ਤੁਸੀਂ ਉੱਥੇ ਲਿਖਤਾ। ਉਸ ਤੋਂ ਬਾਅਦ ਚ ਆਊਗੀ ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟ, ਸੌਰੀ ਪ੍ਰੋਵੀਜ਼ਨ ਫॉर ਡਾਊਟਫੁਲ ਡੈਟ। ਜਿਹੜਾ ਇਹ 45000 ਹੈ, ਇਹ ਤੇ ਪ੍ਰੋਵੀਜ਼ਨ ਲੱਗਣੀ ਹੈ। ਮੰਨ ਲਓ ਤੁਹਾਨੂੰ ਕਹਿੰਦਾ 5% ਪ੍ਰੋਵੀਜ਼ਨ ਹੈ ਜਾਂ 10%, ਤੁਸੀਂ ਆ 45000 ਦਾ ਆ ਵਿੱਚੋਂ ਘਟਾ ਕੇ ਹੀ ਲਾਉਣੀ ਹੈ। ਪਹਿਲਾਂ ਇਹੀ ਦੇਖਣਾ ਹੈ ਵੀ ਕੀ ਫਰਦਰ ਬੈਡ ਡੈਟ ਹੈਗੇ ਨੇ, ਠੀਕ ਹੈ। ਜੇ ਹੈਗੇ ਨੇ ਤਾਂ ਪਹਿਲਾਂ ਉਹ ਘਟਣਗੇ, ਫਿਰ ਪ੍ਰੋਵੀਜ਼ਨ ਲੱਗੂਗੀ, ਕਿਉਂਕਿ ਪਰਸੈਂਟੇਜ ਵਾਲੀ ਹੈ। ਜੇ ਨਹੀਂ ਹੈਗੇ ਫਿਰ ਕੋਈ ਚੱਕਰ ਨਹੀਂ, ਫਿਰ 50 ਤੇ ਹੀ ਲੱਗ ਜੂਗੀ, ਠੀਕ ਹੈ। ਤਾਂ ਸਪੋਜ਼ ਕਰ ਲਓ ਉਹ ਵੀ ਆਪਣੀ ਘਟਾ ਕੇ 4500 ਆ ਗਈ। ਮੰਨ ਲਓ 10% ਦੀ ਸੀਗੀ ਡੈਟ ਆਪਣਾ ਉਹ, ਤਾਂ ਲੈਸ ਪ੍ਰੋਵੀਜ਼ਨ 10% ਦਾ 4500 ਚੋਂ ਘਟਾਇਆ, ਇਹ ਆ ਗਿਆ 40500, ਠੀਕ ਹੈ ਜੀ, 40500। ਤੇ ਇਹ ਜਿਹੜੀ ਹੈਗੀ ਆ ਉੱਥੋਂ ਘਟਾਓਗੇ, ਜੋ ਉੱਥੋਂ ਘਟੂਗਾ ਉਹ ਤੁਹਾਡਾ ਉਰੇ ਵੀ ਲਿਖਿਆ ਜਾਊਗਾ, ਉਰੇ ਐਡ ਹੋ ਜੂ, ਐਡ ਪ੍ਰੋਵੀਜ਼ਨ ਨਿਊ, ਆਪਣਾ ਨਿਊ ਪ੍ਰੋਵੀਜ਼ਨ ਕਿੰਨੀ 4500। ਉਹ ਤੋਂ ਬਾਅਦ ਚ ਮੰਨ ਲਓ ਤੁਹਾਨੂੰ 500 ਰੁਪਇਆ ਹੋਰ ਕਹਤਾ ਵੀ 500 ਰੁਪਇਆ ਕੈਲਕੂਲੇਟ ਕਰਕੇ ਤੁਹਾਡਾ ਆ ਗਿਆ ਵੀ ਤੁਹਾਡੀ ਭਾਈ ਡਿਸਕਾਊਂਟ ਔਨ ਡੈਟਰ ਹੈ ਕਿੰਨੀ 500 ਰੁਪਇਆ। 500 ਰੁਪਇਆ ਤੁਹਾਡਾ ਆ ਗਿਆ ਡਿਸਕਾਊਂਟ ਔਨ ਡੈਟਰ ਹੈ, ਤਾਂ ਉਹ ਵੀ ਸੇਮ ਟ੍ਰੀਟਮੈਂਟ ਫਿਰ ਉਹ ਲੱਗੂਗਾ, ਲੈਸ ਆਪਣਾ ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਰ। ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਰ ਕਿੰਨੀ 500 ਰੁਪਇਆ। ਲਓ ਜੀ, ਇਹ 500 ਘਟਾ ਕੇ ਉਰੇ 40000 ਲਿਖਿਆ ਜਾਊਗਾ, ਤੇ ਇਹੀ 500 ਉਰੇ ਵੀ ਐਡ ਹੋਊਗਾ, ਐਡ ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਰ 500। ਇਹ ਕਿੰਨਾ ਆ ਗਿਆ 10000। ਹੁਣ ਇਹਨੂੰ ਹਲੇ ਕੱਚੇ 'ਚ ਲਿਖਣਾ, ਉਹਦਾ ਕਾਰਨ ਹੈ। ਕਾਰਨ ਕੀ ਹੈ? ਪ੍ਰੋਵੀਜ਼ਨ ਤੁਹਾਨੂੰ ਵਿੱਚ ਵੀ ਦਿੱਤੀ ਹੋਊਗੀ। ਪ੍ਰੋਵੀਜ਼ਨ ਜਿਹੜੀ ਹੈਗੀ ਆ ਨਾ, ਪ੍ਰੋਵੀਜ਼ਨ ਫॉर ਆਪਣਾ ਡਾਊਟਫੁਲ ਡੈਟ, ਉਹ ਤੁਹਾਨੂੰ ਵਿੱਚ ਵੀ ਦਿੱਤੀ ਹੋਣੀ ਹੈ ਟ੍ਰਾਇਲ ਬੈਲੈਂਸ ਤੇ। ਉਹ ਹੈ 올ਡ ਪ੍ਰੋਵੀਜ਼ਨ ਜਿਹੜੀ ਵਿੱਚ ਦਿੱਤੀ ਹੋਈ, ਮਤਲਬ ਉਨੇ ਪੈਸੇ ਪਹਿਲਾਂ ਪਏ ਆ ਸਾਡੇ ਪ੍ਰੋਵੀਜ਼ਨ ਦੇ। ਇਹ ਹੈ ਨਿਊ ਪ੍ਰੋਵੀਜ਼ਨ। ਹੁਣ ਦੋ ਗੱਲਾਂ ਹੋਣਗੀਆਂ, ਜਾਂ ਤਾਂ 올ਡ ਪ੍ਰੋਵੀਜ਼ਨ ਇਹ ਤੋਂ ਜ਼ਿਆਦਾ ਹੋਊਗੀ, ਜਾਂ ਫਿਰ ਇਹ ਤੋਂ ਘੱਟ ਹੋਊ। ਹੁਣ ਜੇ ਤਾਂ ਇਹ ਤੋਂ ਘੱਟ ਹੈ ਤਾਂ ਇੱਧਰ ਹੈ ਲੈਸ 올ਡ ਪ੍ਰੋਵੀਜ਼ਨ। ਮੰਨ ਲਓ 3000 ਹੈ ਜਾਂ 7000 ਹੈ, 7000 ਉਹਨੂੰ ਘਟਾ ਕੇ ਉਰੇ ਸਿੱਧਾ ਤੁਸੀਂ 3000 ਲਿਖੋਗੇ, ਠੀਕ ਹੈ ਨਾ। ਸਮਝ ਗਏ ਨਾ, ਜਿਹੜੀ ਵਿੱਚ ਹੈ ਉਹ ਤਾਂ ਇੱਕੋ ਜਗ੍ਹਾ ਪੈਣੀ ਹੈ, ਉਹ ਇਧਰੋਂ ਘਟ ਜੂ। ਜੇ ਉਹ ਵੱਧ ਹੈ ਫਿਰ ਤੁਹਾਨੂੰ ਉਰੇ ਲਿਖਣਾ ਪੈਣਾ ਬਾਏ 올ਡ ਪ੍ਰੋਵੀਜ਼ਨ, ਉਰੇ ਲਿਖਣਾ ਪੈਣਾ ਬਾਏ 올ਡ ਪ੍ਰੋਵੀਜ਼ਨ। ਕਿੰਨੀ 7000 12000, ਮੰਨ ਲਓ 12000 ਹੈ, 12000 ਲੈਸ ਨਿਊ 10000। ਆ ਜਿਹੜੀ 10000 ਹੈ ਉਰੇ ਪੱਕੇ 'ਚ ਲਿਖਣ ਦੀ ਬਜਾਏ ਇੱਧਰ ਲੈ ਜਾਣੀ ਹੈ ਫਿਰ, ਤੇ ਫਿਰ ਉਰੇ 2000 ਤੁਸੀਂ ਪੱਕੇ 'ਚ ਲਿਖਣਾ, ਠੀਕ ਹੈ ਨਾ। ਉਰੇ 2000 ਤੁਸੀਂ ਫਿਰ ਪੱਕੇ 'ਚ ਲਿਖਣਾ। ਜੇ ਇਹ ਹੈਗਾ, ਇਹ ਇਹਨਾਂ ਦੋਨਾਂ ਕੰਮਾਂ 'ਚੋਂ ਇੱਕੋ ਹੋਊਗਾ, ਜਾਂ ਇਹ ਹੋਊਗਾ ਜਾਂ ਇਹ ਹੋਊਗਾ, ਜਾਂ ਪ੍ਰੋਵੀਜ਼ਨ ਜ਼ਿਆਦਾ ਹੋਊਗੀ 올ਡ ਹੈ ਜਿਹੜੀ, ਜਾਂ ਘੱਟ ਹੋਊਗੀ। ਸਮਝ ਗਏ ਨਾ। ਇਹ ਤਿੰਨੋਂ ਚੀਜ਼ਾਂ ਉਰੇ ਤੁਹਾਡੀਆਂ ਆਪਣਾ ਹੋ ਜਾਣੀਆਂ ਨੇ, ਠੀਕ ਹੈ। ਤਾਂ ਇਹ ਮੇਨ ਤੁਹਾਡੀਆਂ ਐਡਜਸਟਮੈਂਟਾਂ ਨੇ, ਇਹ ਮੇਨ ਐਡਜਸਟਮੈਂਟਾਂ ਨੇ। ਇਸ ਤੋਂ ਬਾਅਦ ਕੁਝ ਕੁ ਐਡਜਸਟਮੈਂਟਾਂ ਹੋਰ ਨੇ। ਉਹ ਕੀ ਹੈ? ਇੱਕ ਮੈਨੇਜਰ ਦਾ ਕਮਿਸ਼ਨ ਆ ਜਾਂਦਾ, ਇੱਕ ਅਬਨੋਰਮਲ ਲਾਸ। ਇਹ ਦੋ ਹੋਰ ਰਹਿੰਦੀਆਂ ਨੇ। ਅਬਨੋਰਮਲ ਲਾਸ ਕੀ ਹੈ? ਅਬਨੋਰਮਲ ਲਾਸ ਦਾ ਮਤਲਬ ਹੈ ਵੀ ਤੁਹਾਡਾ, ਜਿਵੇਂ ਆਪਾਂ ਕਹਿੰਦੇ ਨਹੀਂ ਸੀਗਾ ਲਾਸ ਬਾਈ ਫਾਇਰ ਵਗੈਰਾ, ਹਨ। ਤਾਂ ਅਬਨੋਰਮਲ ਲਾਸ ਮੰਨ ਲਓ ਤੁਹਾਡੀ 20000 ਦੀ ਹੋਈ ਹੈ, ਤਾਂ ਜਿਹੜੀ ਆਪਣਾ ਟੋਟਲ ਲਾਸ ਹੋਈ ਹੈ ਤੁਹਾਡੀ ਬਾਏ ਅਬਨੋਰਮਲ ਲਾਸ ਲਿਖ ਕੇ ਉਹਦੇ ਕਲੋਜ਼ਿੰਗ ਸਟਾਕ ਦੇ ਥੱਲੇ, ਠੀਕ ਹੈ ਨਾ। ਲਾਸ ਲਿਖ ਕੇ ਉਰੇ ਤੁਸੀਂ 20000 ਪਾਓਗੇ, ਠੀਕ ਹੈ। ਉਹਦੇ ਚੋਂ ਜੇ ਇੰਸ਼ੋਰੈਂਸ ਕਰਾਇਆ ਹੋਇਆ ਫਿਰ ਤਾਂ ਜਿੰਨਾ ਮੰਨ ਲਓ ਕੰਪਨੀ ਨੇ ਕਹਿੰਦਾ ਵੀ 17000 ਦੇ ਦਾਂਗੇ, ਇੰਸ਼ੋਰੈਂਸ ਕੰਪਨੀ ਕਹਿੰਦੀ, ਤਾਂ ਉਹ 17000 ਤੁਸੀਂ ਉਰੇ ਐਸੈਟ ਦੇ ਤੌਰ ਤੇ ਲਿਖਣਾ ਹੈ। ਇੰਸ਼ੋਰੈਂਸ ਆਪਣਾ ਇੰਸ਼ੋਰੈਂਸ ਕਲੇਮ ਕਿੰਨਾ 17000 ਸਪੋਜ਼ ਕਰ ਲਓ, ਠੀਕ ਹੈ। ਸਮਝ ਗਏ ਨਾ। 17000 ਅਸੀਂ ਨੇ ਉਰੇ ਇੰਸ਼ੋਰੈਂਸ ਕਲੇਮ ਲਿਖ ਲਿਆ।
ओके हुण जिन्ना रह किन्ना गया 20 का नुकसान होया 17,000 ਅਸੀਂ ਨੇ ਲਿਖ ਲਿਆ। ਇਹਦਾ ਮਤਲਬ ਸਾਡਾ ਨੁਕਸਾਨ ਹਲੇ ਵੀ 3,000 ਦਾ ਹੋ ਰਿਹਾ ਹੈ। ਤਾਂ ਜਿਹੜਾ ਉਹ ਨੁਕਸਾਨ ਹੁੰਦਾ ਸੀ ਆਪਾਂ ਕੀ ਡੈਬਿਟ ਕਰਦੇ ਹੁੰਦੇ ਸੀਗੇ ਜਰਨਲ ਐਂਟਰੀ 'ਚ ਪ੍ਰੋਫਿਟ ਐਂਡ ਲਾਸ ਅਕਾਊਂਟ। ਤਾਂ ਅਸੀਂ ਉਹ ਉਰੇ ਪਾ ਦਾਂਗੇ ਟੂ ਲਾਸ ਬਾਈ ਫਾਇਰ ਕਿੰਨਾ 3,000 ਰੁਪਇਆ ਜੀ ਸਾਡਾ। ਹੁਣ ਜੇ 20 ਦਾ 20 ਮਿਲ ਗਿਆ ਫਿਰ ਉਰੇ ਲਿਖਣ ਦੀ ਲੋੜ ਨਹੀਂ ਕਿਉਂਕਿ ਸਾਡਾ 20 ਦਾ 20 ਕਲੇਮ ਉਰੇ ਆ ਜਾਣਾ। ਜੇ 20 ਦੇ ਵਿੱਚੋਂ ਇੰਸ਼ੋਰੈਂਸ ਕਰਾਇਆ ਹੀ ਹੋਇਆ ਨਹੀਂ ਸੀ ਫਿਰ ਟੂ ਲਾਸ ਬਾਈ ਫਾਇਰ ਉਰੇ ਪੂਰੇ ਦਾ ਪੂਰਾ 20 ਆ ਜਾਣਾ। ਸਮਝ ਲੱਗੀ ਮੇਰੀ ਗੱਲ ਦੀ? ਠੀਕ ਹੈ। ਤਾਂ ਇਸ ਤਰ੍ਹਾਂ ਦੇ ਨਾਲ ਐਡਜਸਟਮੈਂਟ ਹੋਣੀ ਹੈ। ਬਸ ਇਸ ਤੋਂ ਬਾਅਦ ਚ ਮੈਨੇਜਰਸ ਕਮਿਸ਼ਨ ਲੱਗਣਾ ਹੈ। ਮੈਨੇਜਰ ਦਾ ਕਮਿਸ਼ਨ ਕੀ ਹੁੰਦਾ ਜਿਆਦਾ ਬਿਫੋਰ ਹੋਊਗਾ ਜਾਂ ਆਫਟਰ ਹੋਊਗਾ। ਠੀਕ ਹੈ ਨਾ ਬਿਫੋਰ ਚਾਰਜਿੰਗ ਸੱਚ ਕਮਿਸ਼ਨ ਜਾਂ ਆਫਟਰ ਚਾਰਜਿੰਗ ਸੱਚ ਕਮਿਸ਼ਨ। ਠੀਕ ਹੈ ਨਾ ਹੁਣ ਬਿਫੋਰ ਚਾਰਜਿੰਗ ਸੱਚ ਕਮਿਸ਼ਨ ਹੈ ਜੇ ਫਿਰ ਤਾਂ ਤੁਸੀਂ ਨੇ ਆਪਣਾ ਕੀ ਕਰਤਾ ਵੀ ਆਹ ਪ੍ਰੋਫਿਟ ਹੈ। ਠੀਕ ਹੈ ਇਹਦਾ ਤੁਸੀਂ ਨੇ ਨੈਟ ਪ੍ਰੋਫਿਟ ਕੱਢ ਲੈਣਾ ਹੈ। ਆਮ ਨੈਟ ਪ੍ਰੋਫਿਟ ਕਿਵੇਂ ਕੱਢਣਾ ਹੈ ਜਿਵੇਂ ਆਪਣਾ ਇਧਰਲਾ ਜੋੜ ਘਟਾਓ ਇਧਰਲਾ ਜੋੜ। ਮੰਨ ਲਓ ਨੈਟ ਪ੍ਰੋਫਿਟ ਤੁਹਾਡਾ ਲੱਖ ਆ ਗਿਆ ਤੇ 10% ਕਮਿਸ਼ਨ ਹੈ ਤਾਂ ਤੁਸੀਂ ਨੇ 10 ਆਪਣਾ ਇਹਦਾ ਕਰ ਦੇਣਾ 10/100। ਠੀਕ ਹੈ ਲੱਖ ਦਾ 10% ਕੱਢ ਲੈਣਾ 10,000 ਉਹਦੇ ਪਾ ਦੇਣਾ ਬਾਅਦ ਦੇ ਵਿੱਚ ਤੁਸੀਂ ਆਪਣਾ ਦੁਬਾਰਾ ਕੱਢ ਲੈਣਾ ਆਪਣਾ ਪੱਕਾ ਜਿਹੜਾ ਹੋਊਗਾ ਨੈਟ ਪ੍ਰੋਫਿਟ। ਠੀਕ ਹੈ ਹੁਣ ਜੇ ਆਫਟਰ ਚਾਰਜਿੰਗ ਸੱਚ ਕਮਿਸ਼ਨ ਆ ਗਿਆ ਇਹਦਾ ਮਤਲਬ ਉਹ ਕਮਿਸ਼ਨ ਇਹਦੇ ਵਿੱਚ ਜਿਹੜਾ ਨੈਟ ਪ੍ਰੋਫਿਟ ਹੈ ਉਹਦੇ ਵਿੱਚ ਐਡ ਹੈ। ਠੀਕ ਹੈ ਨਾ ਤੁਸੀਂ ਲੱਖ ਰੁਪਇਆ ਕੱਢਿਆ ਤਾਂ ਉਹਦਾ ਲੱਖ ਦਾ ਤੁਸੀਂ ਕੀ ਕਰੋਗੇ ਤੁਸੀਂ ਉਸ ਲੱਖ ਰੁਪਏ ਦਾ 10 ਹੀ ਆਪਣਾ 10/110 ਕਰੋਗੇ ਇਹ ਕਮਿਸ਼ਨ ਹੈ। ਸਮਝ ਗਏ ਨਾ ਫਿਰ ਇਹਦੇ ਵਿੱਚ ਆਓ ਬਾਹਰ ਨਿਕਲ ਜਾਊਗਾ। ਕੈਲਕੂਲੇਟਰ ਤੁਹਾਡੇ ਕੋਲ ਹੈਗੀ ਨਹੀਂ ਕੈਲਕੂਲੇਟ ਕਰ ਲਿਓ ਉਹਦੇ ਪਾ ਲਿਓ ਫਿਰ ਦੁਬਾਰਾ ਪੱਕਾ ਨੈਟ ਪ੍ਰੋਫਿਟ। ਬਸ ਇਹ ਸਾਰੀਆਂ ਐਡਜਸਟਮੈਂਟ ਨੇ ਇਹ ਤੋਂ ਬਗੈਰ ਹੋਰ ਕੋਈ ਐਡਜਸਟਮੈਂਟ ਨਹੀਂ ਹੈਗੀ। ਠੀਕ ਹੈ ਨਾ ਜਿਹੜੀ ਮਾੜੀ ਮੋਟੀ ਹੋਵੇ ਮੌਕੇ ਦੇ ਹਿਸਾਬ ਨਾਲ ਆ ਸਕਦੀ ਹੈ। ਹੁਣ ਇਹ ਨਹੀਂ ਹੈਗਾ ਤੁਹਾਨੂੰ ਉੱਥੇ ਪ੍ਰੀਪੇਡ ਖਰਚਾ ਹੀ ਲਿਖਿਆ ਹੋਇਆ ਹੋਊਗਾ। ਇਹ ਕਹਿ ਸਕਦੇ ਆ ਤੁਹਾਨੂੰ ਵੀ ਰੈਂਟ ਜਿਹੜਾ ਕਿ 20,000 ਪੇ ਕੀਤਾ ਗਿਆ ਸੀਗਾ ਉਹਦੇ ਚੋਂ 5,000 ਰੁਪਇਆ ਨੈਕਸਟ ਈਅਰ ਲਈ ਹੈ। ਉਹਦਾ ਮਤਲਬ ਤੁਹਾਨੂੰ ਪਤਾ ਹੋਊਗਾ ਵੀ ਉਹ ਪ੍ਰੀਪੇਡ ਰੈਂਟ ਹੈ। ਠੀਕ ਹੈ ਨਾ ਮੈਂ ਤੁਹਾਨੂੰ ਇਹ ਚੀਜ਼ ਤਾਂ ਹੀ ਸਿਖਾਈ ਹੈ ਵੀ ਕਰੰਟ ਈਅਰ ਦਾ ਇਹ ਚ ਲਿਖਣਾ ਜੇ ਅਗਲੇ ਸਾਲ ਨਾਲ ਸੰਬੰਧਿਤ ਹੈ ਜਾਂ ਪਿਛਲੇ ਸਾਲ ਨਾਲ ਸੰਬੰਧਿਤ ਹੈ ਉਹ ਨਿਕਲੂਗਾ ਉਹ। ਹੁਣ ਪ੍ਰੀਪੇਡ ਮਤਲਬ ਜੇ ਉਹਨੇ ਕਹਿ ਹੀ ਦਿੱਤਾ ਵੀ 10,000 ਦਾ ਇੰਸ਼ੋਰੈਂਸ ਭਰਿਆ ਠੀਕ ਹੈ ਨਾ ਜਿਹੜਾ ਕਿ ਅਗਲੇ ਸਾਲ ਦੇ ਅੱਧ ਤੱਕ ਚੱਲਣਾ ਮਤਲਬ 6 ਮਹੀਨੇ ਅਗਲੇ ਕਵਰ ਕਰਨਾ ਇਹਦਾ ਮਤਲਬ ਇਸ ਸਾਲ ਦਾ ਤਾਂ 5,000 ਹੀ ਹੈ ਫਿਰ ਤਾਂ ਫਿਰ ਉਹ 5,000 ਕੀ ਹੈ ਉਰੇ ਲਿਖ ਕੇ ਇੰਸ਼ੋਰੈਂਸ ਕੱਚੇ ਚ 10,000 ਲੈਸ ਪ੍ਰੀਪੇਡ 5,000 ਉਰੇ ਵੀ ਘਟਾ ਦਿਓ ਇੱਧਰ ਵੀ ਪਾ ਦਿਓ। ਬਸ ਸਮਝ ਲੱਗੇ ਬਸ ਦਿਮਾਗ ਥੋੜਾ ਜਿਹਾ ਵਰਤਣਾ ਪੈਣਾ। ਬਾਕੀ ਕੰਮ ਇਹ ਹੈਗਾ ਸਾਰਾ ਪ੍ਰੈਕਟਿਸ ਦਾ। ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਤੁਹਾਨੂੰ ਐਡਜਸਟਮੈਂਟ ਆ ਜਾਣਗੀਆਂ। ਜਿਹੜਾ ਪ੍ਰੈਕਟਿਸ ਨਹੀਂ ਕਰੂਗਾ ਫਿਰ ਉਹਦਾ ਔਖਾ ਹੈ। ਠੀਕ ਹੈ ਇਹ ਸੀ ਜੀ ਆਪਣਾ ਕਿਸੇ ਨੇ ਕੋਈ ਪੁੱਛਣਾ ਤਾਂ ਦੱਸ ਦਿਓ। ਓਕੇ।